ਹਾਲੇਲੂਇਆ। ਪ੍ਰੇਜ਼ ਦਾ ਲਾਰਡ। ਆਪ ਸਭ ਨੂੰ ਜੈ ਮਸੀਹ ਕੀ। ਆਸ਼ਾ ਕਰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਨਾਮ ਵਿੱਚ ਵੱਧ ਰਹੇ ਹੋਵੋਗੇ। ਪਰਮੇਸ਼ਰ ਦੇ ਨਾਮ ਵਿੱਚ ਵਧਣਾ ਹੈ ਔਰ ਪਰਮੇਸ਼ਰ ਨੂੰ ਦੇ ਨਾਮ ਨੂੰ ਅਸੀਂ ਫੈਲਾਉਣਾ ਹੈ, ਕਿਉਂਕਿ ਪਰਮੇਸ਼ਰ ਨੇ ਇਹੀ ਆਗਿਆ ਦਿੱਤੀ ਹੈ ਕਿ ਜਾ ਕੇ ਤੁਸੀਂ ਮੇਰਾ ਪ੍ਰਚਾਰ ਕਰੋ ਅਤੇ ਜਗ੍ਹਾ ਜਗ੍ਹਾ ਜਾ ਕੇ ਆਪਣੇ ਪਰਮੇਸ਼ਰ ਦੇ ਨਾਮ ਵਿੱਚ ਚੇਲੇ ਬਣਾਓ, ਹੈ ਨਾ ਜੀ। ਪਰ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਪਰਮੇਸ਼ਰ ਤੋਂ ਬੇਮੁਖ ਹੋ ਜਾਂਦੇ ਹਾਂ ਅਸੀਂ, ਹੈ ਨਾ। ਪਰ ਪਰਮੇਸ਼ਰ ਸਾਡਾ ਇੰਨਾ ਮਹਾਨ ਆ ਕਿ ਸਾਨੂੰ ਫਿਰ ਦੁਬਾਰਾ ਮਾਫ਼ ਕਰਨ ਦੀ ਸਮਰਥ ਰੱਖਦਾ। ਪਰਮੇਸ਼ਰ ਬਹੁਤ ਮਹਾਨ ਹੈ। ਸੋ ਇਸੇ ਵਿਸ਼ੇ ਤੇ ਅੱਜ ਅਸੀਂ ਇੱਕ ਸਟੋਰੀ ਪੜਾਂਗੇ, ਜੋ ਕਿ ਲੂਕਾ ਦੀ ਅੰਜੀਲ 15 ਬਾਬ ਦੀ 11 ਤੋਂ ਅਸੀਂ ਪੜਾਂਗੇ। ਫਿਰ ਉਸਨੇ ਕਿਹਾ ਕਿ ਇੱਕ ਮਨੁੱਖ ਦੇ 2 ਪੁੱਤਰ ਸਨ ਅਤੇ ਉਹਨਾਂ ਵਿੱਚੋਂ ਛੋਟੇ ਨੇ ਪਿਓ ਨੂੰ ਆਖਿਆ, ਪਿਤਾ ਜੀ, ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸਨੇ ਉਹਨਾਂ ਨੂੰ ਪੂੰਜੀ ਵੰਡ ਦਿੱਤੀ। ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤਰ ਸਭੋ ਕੁਝ ਇਕੱਠਾ ਕਰਕੇ ਦੂਰ ਦੇਸ਼ ਨੂੰ ਚਲਿਆ ਗਿਆ ਔਰ ਉੱਥੇ ਆਪਣਾ ਮਾਲ ਵੱਧ ਚਲਣੀ ਨਾਲ ਉਡਾ ਦਿੱਤਾ। ਪਰ ਉਹ ਸਭ ਖਰਚ ਕਰ ਚੁੱਕਿਆ ਤਾਂ ਉਸ ਦੇਸ਼ ਵਿੱਚ ਵੱਡਾ ਅਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ। ਤਾਂ ਉਹ ਉਸ ਦੇਸ਼ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸ ਨੇ ਉਹਨੂੰ ਆਪਣੇ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ। ਔਰ ਉਹ ਉਹਨਾਂ ਛਿੱਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਪਰ ਕਿੰਨੇ ਉਹਨੂੰ ਕੁਝ ਨਾ ਦਿੱਤਾ। ਪਰ ਉਹਨੇ ਸੁਰਤ ਵਿੱਚ ਆਣ ਕੇ ਕਿਹਾ, ਭਈ ਮੇਰੇ ਪਿਤਾ ਦੇ ਕਿੰਨੇ ਹੀ ਕਾਮਿਆਂ ਲਈ ਵਾਫਰ ਰੋਟੀਆਂ ਹਨ ਅਤੇ ਮੈਂ ਇੱਥੇ ਭੁੱਖਾ ਮਰਦਾ ਹਾਂ। ਮੈਂ ਉੱਠ ਕੇ ਆਪਣੇ ਪਿਤਾ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ, ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਯੋਗ ਨਹੀਂ ਜੋ ਫਿਰ ਤੁਹਾਡਾ ਪੁੱਤਰ ਸਦਾਵਾਂ। ਮੈਨੂੰ ਆਪਣੇ ਕਾਮਿਆਂ ਵਿੱਚ ਇੱਕੋ ਜਿਹਾ ਰੱਖ ਲਓ। ਸੋ ਉਹ ਉੱਠ ਕੇ ਆਪਣੇ ਪਿਓ ਕੋਲ ਗਿਆ, ਪਰ ਉਹ ਅਜੇ ਦੂਰ ਹੀ ਸੀ ਕਿ ਉਹਦੇ ਪਿਤਾ ਨੇ ਉਹਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਅਤੇ ਦੌੜ ਕੇ ਗਲ ਲਾ ਲਿਆ ਅਤੇ ਉਹਨੂੰ ਚੁੰਮਿਆ। ਔਰ ਪੁੱਤਰ ਨੇ ਉਸ ਨੂੰ ਆਖਿਆ, ਪਿਤਾ ਜੀ, ਮੈਂ ਅਸਮਾਨ ਦੇ ਵਿਰੁੱਧ ਔਰ ਤੁਹਾਡੇ ਅੱਗੇ ਗੁਨਾਹ ਕੀਤਾ। ਹੁਣ ਮੈਂ ਇਸ ਯੋਗ ਨਹੀਂ ਜੋ ਫਿਰ ਤੁਹਾਡਾ ਪੁੱਤਰ ਸਦਾਵਾਂ। ਔਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਭ ਤੋਂ ਚੰਗੀ ਵਸਤਰ ਛੇਤੀ ਕੱਢ ਕੇ ਇਹਨੂੰ ਪਹਿਨਾਓ ਔਰ ਇਹਦੇ ਹੱਥ ਵਿੱਚ ਅੰਗੂਠੀ ਔਰ ਪੈਰੀ ਜੁੱਤੀ ਪਾਓ ਔਰ ਪਲਿਆ ਹੋਇਆ ਬੱਚਾ ਲਿਆ ਕੇ ਕੱਟੋ, ਭਈ ਖਾਈਏ ਔਰ ਖੁਸ਼ੀ ਮਨਾਈਏ, ਕਿਉਂ ਜੋ ਮੇਰਾ ਇਹ ਪੁੱਤਰ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ, ਗਵਾਚ ਗਿਆ ਸੀ ਔਰ ਫੇਰ ਲੱਭ ਪਿਆ। ਸੋ ਉਹ ਲੱਗੇ ਖੁਸ਼ੀ ਕਰਨ। ਪਰ ਉਹਦਾ ਵੱਡਾ ਪੁੱਤਰ ਖੇਤ ਵਿੱਚ ਸੀ ਔਰ ਉਹ ਆਣ ਕੇ ਘਰ ਦੇ ਨੇੜੇ ਅੱਪੜਿਆ ਤਾਂ ਗਾਉਣ ਵਜਾਉਣ ਤੇ ਨੱਚਣ ਦੀ ਆਵਾਜ਼ ਸੁਣੀ। ਤਦ ਨੌਕਰਾਂ ਵਿੱਚੋਂ ਇੱਕ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ, ਭਈ ਇਹ ਕੀ ਹੈ? ਉਸ ਨੇ ਉਹਨੂੰ ਆਖਿਆ, ਤੇਰਾ ਭਰਾ ਆਇਆ ਹੈ ਔਰ ਤੇਰੇ ਪਿਓ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ, ਇਸ ਲਈ ਜੋ ਉਹਨੂੰ ਭਲਾ ਚੰਗਾ ਪਾਇਆ। ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਹਦਾ ਜੀ ਨਾ ਕੀਤਾ। ਸੋ ਉਹਦਾ ਪਿਓ ਬਾਹਰ ਆਣ ਕੇ ਉਹਨੂੰ ਮਨਾਉਣ ਲੱਗਾ, ਪਰ ਉਹਨੂੰ ਆਪਣੇ ਪਿਓ ਨੂੰ ਉੱਤਰ ਦਿੱਤਾ, ਵੇਖ, ਮੈਂ ਇੰਨੇ ਵਰ੍ਹਿਆਂ ਤੋਂ ਤੁਹਾਡੀ ਟਹਿਲ ਕਰਦਾ ਹਾਂ ਅਤੇ ਤੁਹਾਡਾ ਹੁਕਮ ਕਦੇ ਨਹੀਂ ਮੋੜਿਆ, ਪਰ ਤੁਸੀਂ ਮੈਨੂੰ ਕਦੇ ਇੱਕ ਪਲੋਠਾ ਵੀ ਨਹੀਂ ਦਿੱਤਾ ਜੋ ਮੈਂ ਆਪਣੇ ਬੇਲੀਆਂ ਨਾਲ ਖੁਸ਼ੀ ਕਰਾਂ। ਪਰ ਜਦ ਤੁਹਾਡਾ ਇਹ ਪੁੱਤਰ ਆਇਆ ਜਿਹਨੇ ਕੰਜਰੀਆਂ ਦੇ ਮੂੰਹ ਤੇਰੀ ਪੂੰਜੀ ਉਡਾ ਦਿੱਤੀ, ਤੁਸੀਂ ਉਹਦੇ ਲਈ ਪਲਿਆ ਹੋਇਆ ਵੱਛਾ ਕੱਟਿਆ। ਪਰ ਉਹਨੇ ਉਸ ਨੂੰ ਆਖਿਆ, ਬੱਚਾ, ਤੂੰ ਸਦਾ ਮੇਰੇ ਨਾਲ ਹੈ ਅਤੇ ਮੇਰਾ ਸਭ ਕੁਝ ਤੇਰਾ ਹੈ। ਪਰ ਖੁਸ਼ੀ ਕਰਨੀ ਅਤੇ ਆਨੰਦ ਹੋਣਾ ਯੋਗ ਸੀ, ਕਿਉਂਕਿ ਤੇਰਾ ਇਹ ਭਰਾ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਅਤੇ ਅਰ ਗਵਾਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ। ਹਾਲੇਲੂਇਆ। ਇਹ ਸੀ ਸਟੋਰੀ ਜੋ ਕਿ ਉਜਾੜੂ ਪੁੱਤਰ ਦੀ ਸੀ। ਅਸੀਂ ਕਈ ਵਾਰੀ ਸੁਣੀ ਸਾਡੀ ਚਰਚਾ ਵਿੱਚ ਸਾਨੂੰ ਸੁਣਾਉਂਦੇ ਆ ਕਿ ਉਜਾੜੂ ਪੁੱਤਰ ਦੀ ਕਹਾਣੀ। ਉੱਥੇ ਸਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ ਆ। ਸਿੱਖਣ ਨੂੰ ਇੱਦਾਂ ਕਿ ਇਹ ਇੱਕ ਜਿਹੜੀ ਸਟੋਰੀ ਆ, ਇਹ ਆਦਮ ਤੇ ਹਵਾ ਨੂੰ ਵੀ ਦਰਸਾਉਂਦੀ ਆ, ਕਿਉਂਕਿ ਆਦਮ ਤੇ ਹਵਾ ਨੇ ਵੀ ਪਾਪ ਕੀਤਾ ਸੀ, ਹਨਾ। ਪਾਪ ਕੀਤਾ ਸੀ ਤੇ ਬਾਅਦ ਵਿੱਚ ਉਹਨਾਂ ਨੂੰ ਕੱਢ ਦਿੱਤਾ ਸੀ। ਪਰ ਪਰਮੇਸ਼ਰ ਨੂੰ ਰੰਜ ਹੋਇਆ ਕਿ ਮੈਂ ਇਨਸਾਨ ਨੂੰ ਕਿਉਂ ਬਣਾਇਆ।
ਦੁਖੀ ਹੋਇਆ ਪਰਮੇਸ਼ਰ। ਫਿਰ ਵੀ ਦੇਖੋ ਕਿੰਨਾ ਪਰਮੇਸ਼ਰ ਸਾਡਾ ਮਹਾਨ ਆ, ਉਹਨੇ ਆਪਣੇ ਇਕਲੌਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ। ਇੱਥੇ ਜਿਹੜਾ ਬੱਚਾ ਜਿਹੜਾ ਇਹਨੂੰ ਅਸੀਂ ਪ੍ਰਭੂ ਯਿਸੂ ਮਸੀਹ ਮੰਨ ਕੇ ਚੱਲਦੇ ਹਾਂ, ਕਿਉਂਕਿ ਜਿਹੜਾ ਸਾਡਾ ਮੇਲ ਸੀ ਪਰਮੇਸ਼ਰ ਨਾਲ ਨਹੀਂ ਹੋ ਸਕਦਾ ਸੀ। ਇਨਸਾਨ ਦਾ ਰੂਪ ਧਾਰ ਕੇ ਆਇਆ ਪਰਮੇਸ਼ਰ ਖੁਦ, ਤੇ ਇਸ ਧਰਤੀ ਤੇ ਆਏ ਔਰ ਸਾਡਿਆਂ ਗੁਨਾਹਾਂ ਦੇ ਕਰਕੇ, ਸਾਡਿਆਂ ਪਾਪਾਂ ਦੇ ਕਰਕੇ ਉਹਨਾਂ ਨੂੰ ਸਲੀਬੀ ਮੌਤ ਅਪਣਾਉਣਾ ਪਿਆ। ਸਾਡੇ ਪਾਪ ਚੱਕ ਲਏ ਉਹਨਾਂ ਨੇ। ਜਿਹੜੀ ਮਾਰ ਸਾਨੂੰ ਪੈਣੀ ਸੀ ਨਾ, ਉਹ ਉਹਨੇ ਆਪਣੇ ਤੇ ਸਹਿ ਲਈ। ਕਿੰਨਾ ਪਿਆਰ ਮਹਾਨ ਆ ਹੈ ਨਾ ਜੀ। ਤੇ ਜਦੋਂ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਆਏ ਸੀ, ਜਦੋਂ ਉਹਨੇ ਸਲੀਬੀ ਮੌਤ ਨੂੰ ਅਪਣਾ ਲਿਆ ਸੀ, ਉਦੋਂ ਉੱਥੇ ਲਿਖਿਆ ਕਿ ਹੈਕਲ ਦਾ ਜਿਹੜਾ ਪੜਦਾ ਸੀ ਉਹ ਵਿਚਾਲੋਂ ਪਾੜ ਗਿਆ। ਕਹਿਣ ਦਾ ਮਤਲਬ ਇਹ ਆ, ਇਹਦਾ ਵੀ ਬਹੁਤ ਵੱਡਾ ਭੇਦ ਆ, ਕਿਉਂਕਿ ਪੁਰਾਣੇ ਸਮਿਆਂ ਵਿੱਚ ਜਿਹੜੇ ਪੋਥੀ ਆ, ਜਿਹਨੂੰ ਅਸੀਂ ਬਾਈਬਲ ਕਹਿੰਦੇ ਆ, ਪੁਰਾਣੇ ਸਮੇਂ 'ਚ ਉਹਨੂੰ ਪਰਮੇਸ਼ਰ ਦੀ ਪੋਥੀ ਕਹਿੰਦੇ ਸੀ। ਤੇ ਉਹ ਕਹਿੰਦੇ ਸੀ, ਉਹ ਇੱਦਾਂ ਸੀ ਵੀ ਮਤਲਬ ਕਿ ਕੋਈ ਉਹਨੂੰ ਪੜ੍ਹ ਨਹੀਂ ਸਕਦਾ ਸੀ। ਇੱਦਾਂ ਕੋਈ ਮਤਲਬ ਕਿ ਚੁਣਿਆ ਹੋਇਆ ਹੀ ਪੜ੍ਹ ਪੁਰਾਣੇ ਸਮਿਆਂ ਵਿੱਚ ਇੱਦਾਂ ਕਰਦੇ ਸੀ ਕਿ ਜਦੋਂ ਮਤਲਬ ਕਿ ਪੋਥੀ ਪੜ੍ਹਦੇ ਸੀ, ਉਹ ਉੱਚੀ ਉੱਚੀ ਬੋਲਦੇ ਸੀ ਕਿ ਬਾਹਰ ਜਿਹੜੇ ਬੈਠੇ ਆ ਉਹਨਾਂ ਨੂੰ ਸੁਣੇ, ਕਿਉਂਕਿ ਕੋਈ ਵੀ ਇੱਦਾਂ ਜਾ ਨਹੀਂ ਸਕਦਾ ਸੀ ਪਰਮੇਸ਼ਰ ਦੀ ਹੈਕਲ ਵਿੱਚ, ਨਹੀਂ ਜਾ ਸਕਦਾ ਸੀ। ਤੇ ਜਿਹੜਾ ਪੜ੍ਹਦਾ ਵੀ ਸੀ ਉਹ ਵੀ ਇੱਦਾਂ ਸੀ ਕਿ ਉਹਦੇ ਪੈਰ ਨੂੰ ਘੁੰਗਰੂ ਬੰਨੇ ਹੁੰਦੇ ਸੀ, ਤੇ ਰੱਸੀ ਜਿਹੜੀ ਸੀ ਨਾ ਉਹਦੀ, ਉਹ ਬਾਹਰ ਹੁੰਦੀ ਸੀ, ਕਿਉਂਕਿ ਕਈ ਵਾਰ ਇੱਦਾਂ ਹੁੰਦੀ ਸੀ ਵੀ ਪਰਮੇਸ਼ਰ ਨੂੰ ਕੋਈ ਦੇਖ ਨਹੀਂ ਸਕਦਾ ਸੀ, ਮੌਤ ਹੋ ਜਾਂਦੀ ਸੀ ਉਹਦੀ। ਉਹ ਫਿਰ ਉਹਨੂੰ ਘੜੀਸ ਕੇ, ਆਪ ਤਾਂ ਜਾ ਨਹੀਂ ਸਕਦੀ ਸੀ, ਉਹ ਰੱਸੀ ਨਾਲ ਖਿੱਚ ਕੇ ਉਹਨੂੰ ਬਾਹਰ ਕੱਢਦੇ ਸੀ, ਫਿਰ ਉਹਦਾ ਅੰਤਮ ਸੰਸਕਾਰ ਕਰਦੇ ਸੀ। ਉਹ ਵੀ ਜਦੋਂ ਜਿਹੜਾ ਪੜ੍ਹਦਾ ਸੀ ਉਹ ਤੁਰਦਾ ਫਿਰਦਾ ਸੀ ਵੀ ਹਾਂ ਪਤਾ ਲੱਗ ਰਿਹਾ ਵੀ ਘੁੰਗਰੂ ਖਣਕਦੇ ਪਏ ਆ, ਤੇ ਹਾਂ ਵੀ ਹੈਗਾ ਆ, ਹੈ ਨਾ। ਤੇ ਇਹ ਗੱਲ ਕਰਦੀ ਆ ਕਿ ਇਹ ਜਿਹੜਾ ਸੀ ਨਾ ਪਰਮੇਸ਼ਰ ਨਾਲ ਜਿਹੜਾ ਸਾਡਾ ਮੇਲ ਟੁੱਟਿਆ ਸੀ, ਉਹ ਪ੍ਰਭੂ ਯਿਸੂ ਮਸੀਹ ਨੇ ਆ ਕੇ ਮੇਲ ਕਰਵਾ ਦਿੱਤਾ। ਹੁਣ ਅਸੀਂ ਸਾਡੇ ਹੱਥ 'ਚ ਬਾਈਬਲ ਆ, ਇਹ ਪਰਮੇਸ਼ਰ ਮਸੀਹ ਦੀ ਦੇਣ ਆ ਕਿ ਸਾਡੇ ਹੱਥ ਵਿੱਚ ਪਰਮੇਸ਼ਰ ਦਾ ਵਚਨ ਆ। ਇਹ ਤਾਂ ਕਿੱਥੇ ਇੰਨੇ ਯੋਗ ਹੀ ਨਹੀਂ ਹੈਗੇ ਸੀ ਅਸੀਂ ਪਰਮੇਸ਼ਰ ਦਾ ਵਚਨ ਚੱਕ ਸਕੀਏ। ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਆ ਕਿ ਇਹ ਵਚਨ ਸਾਨੂੰ ਨਸੀਬ ਹੋਇਆ। ਇਹ ਪੋਥੀ ਜਿਹੜੀ ਜੀਵਨ ਦੀ ਪੋਥੀ, ਇਹਨੂੰ ਸਿਖਾਉਣਾ ਆ, ਇਹਨੂੰ ਅਸੀਂ ਦਿਲ 'ਚ ਜਮ੍ਹਾਂ ਕਰਨਾ ਸੀ, ਤਾਂ ਕਿ ਜਦੋਂ ਪ੍ਰਭੂ ਯਿਸੂ ਮਸੀਹ ਸਾਡੇ ਕੋਲ ਆਵੇ, ਹੈ ਨਾ, ਇਹ ਜਿਹੜੀ ਜੀਵਨ ਦੀ ਪੋਥੀ ਆ, ਜਿਹੜੀ ਪਰਮੇਸ਼ਰ ਦੀ ਪੋਥੀ, ਜਿਹੜੀ ਜੀਵਨ ਦਾ ਵਚਨ ਆ ਸਾਨੂੰ ਦਿੱਤਾ, ਇਹ ਸਾਡੇ ਦਿਲਾਂ 'ਚ ਸਟੋਰ ਹੁੰਦਾ ਪਾਏ ਹੋ ਕਿ ਹਾਂ ਅਸੀਂ ਮਤਲਬ ਕਿ ਪ੍ਰਭੂ ਯਿਸੂ ਮਸੀਹ ਦੇ ਵਚਨ ਆਪਣੇ ਦਿਲ 'ਚ ਗ੍ਰਹਿਣ ਕੀਤੇ ਹੋ। ਕਿਉਂਕਿ ਬਾਣੀ ਇਹ ਦੱਸਦੀ ਸਾਨੂੰ, ਅੰਤ ਦੇ ਦਿਨਾਂ ਵਿੱਚ ਬਾਣੀ ਦਾ ਕਾਲ ਪੈ ਜਾਣਾ, ਨਾ ਰੋਟੀ ਦਾ ਕਾਲ ਪੈਣਾ, ਨਾ ਪਾਣੀ ਦਾ ਕਾਲ ਪੈਣਾ, ਬਾਣੀ ਦਾ ਕਾਲ ਪੈ ਜਾਣਾ। ਲੋਕਾਂ ਨੇ ਤਰਸਣਾ ਬਾਣੀ ਸੁਣਨ, ਬਾਣੀ ਨਹੀਂ ਮਿਲਣੀ, ਇਹ ਬਾਈਬਲਾਂ ਚੱਕ ਹੋ ਜਾਣੀਆਂ। ਬਾਈਬਲ 'ਚ ਬਿਲਕੁਲ ਜੋ ਗੱਲ ਲਿਖੀ ਨਾ, ਬਾਈਬਲ 'ਚ ਬਿਲਕੁਲ ਸੱਚ ਲਿਖੀ ਹੈ, ਕਿਉਂਕਿ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਇਹਦੇ ਵਿੱਚ ਇੱਕ ਵੀ ਬਿੰਦੀ ਨਹੀਂ ਟਲੂਗੀ। ਠੀਕ ਹੈ ਜੀ। ਬਾਕੀ ਇਹ ਗੱਲ ਆ ਕਿ ਪਰਮੇਸ਼ਰ ਦੇ ਨਾਮ ਜਿੰਨਾ ਅਸੀਂ ਲੈ ਸਕਦੇ ਉਹਨਾਂ ਲੋ, ਪ੍ਰਾਰਥਨਾ ਕਰੋ। ਠੀਕ ਹੈ ਜੀ। ਜਿੱਦਾਂ ਦੇ ਵੀ ਹਾਲਾਤ 'ਚ ਤੁਸੀਂ ਹੈਗੇ ਆ, ਤੁਰਦੇ ਫਿਰਦੇ ਵੀ ਰੱਬ ਦਾ ਧੰਨਵਾਦ ਕਰੋ, ਕਿਉਂਕਿ ਧੰਨਵਾਦ ਪਰਮੇਸ਼ਰ ਦਾ ਹੀ ਜਦੋਂ ਹਰ ਹਾਲਤ 'ਚ ਕਰਦੇ ਆ ਨਾ ਪਰਮੇਸ਼ਰ ਦਾ ਧੰਨਵਾਦ, ਤੇ ਸ਼ੈਤਾਨ ਨੂੰ ਅੱਗ ਲੱਗਦੀ ਆ। ਫਿਰ ਸ਼ੈਤਾਨ ਨੂੰ ਅੱਗ ਲੱਗਦੀ ਹੈ ਕਿ ਮੈਂ ਇੰਨਾ ਮਤਲਬ ਕਿ, ਤੇ ਕਈ ਵਾਰ ਇੱਦਾਂ ਵੀ ਪਰਤਾਓ ਸਾਡੇ ਤੇ ਆਉਂਦਾ, ਪਰ ਪਰਮੇਸ਼ਰ ਕਦੀ ਵੀ ਸਾਨੂੰ ਪਰਤਾਉਂਦਾ ਨਹੀਂ। ਪਰਮੇਸ਼ਰ ਕਦੀ ਵੀ ਕਿਸੇ ਨੂੰ ਪਰਤਾਉਂਦਾ ਨਹੀਂ ਹੈਗਾ, ਕਿਉਂਕਿ ਸ਼ੈਤਾਨ ਜਿਹੜਾ ਸੀ, ਜਦੋਂ ਅਯੂਬ ਦਾ ਉਹਨੂੰ ਪਰਤਾਇਆ ਗਿਆ ਸੀ, ਸ਼ੈਤਾਨ ਨੇ ਪਰਤਾਇਆ ਗਿਆ ਸੀ, ਕਿ ਬੇਸ਼ੱਕ ਪਰਮੇਸ਼ਰ ਧਿਆਨ ਲੈ ਕੇ ਗਿਆ ਸੀ ਸ਼ੈਤਾਨ ਵੱਲ ਕਿ ਹਾਂ ਮਤਲਬ ਕਿ ਦੇਖਿਆ ਤੂੰ ਮੇਰਾ ਬੰਦਾ, ਧਿਆਨ ਤਾਂ ਮਤਲਬ ਕਿ ਅਯੂਬ ਦਾ ਪਰਮੇਸ਼ਰ ਹੀ ਲੈ ਕੇ ਗਿਆ ਸੀ ਸ਼ੈਤਾਨ ਵੱਲ, ਹੈ ਨਾ। ਤੇ ਇੱਦਾਂ ਆ ਜੀ ਕਿ ਬਾਅਦ 'ਚ ਉਹਨੂੰ ਮਤਲਬ ਕਿ ਸਹਿਣਾ ਪਿਆ ਸੀ ਪਰਤਾਓ, ਤੇ ਪਰ ਉਹ ਪਾਰ ਨਿਕਲਿਆ ਉਸ ਵਿੱਚੋਂ। ਤੇ ਬਾਈਬਲ ਇਹ ਦੱਸਦੀ ਆ ਕਿ ਜਿੰਨੀ ਉਹਦੇ ਤੋਂ ਪਹਿਲਾਂ ਬਰਕਤ ਸੀ ਨਾ, ਉਹ ਤੋਂ ਵੀ ਦੁੱਗਣੀ ਬਰਕਤ ਪਰਮੇਸ਼ਰ ਨੇ ਦਿੱਤੀ ਸੀ। ਇਸ ਕਰਕੇ ਮੇਰੇ ਅਜ਼ੀਜ਼ੋ, ਹਰ ਹਾਲਤ 'ਚ ਧੰਨਵਾਦ ਕਰੋ, ਹਰ ਹਾਲਤ 'ਚ। ਕੋਈ ਗੱਲ ਨਹੀਂ, ਜੇ ਦੁੱਖ ਦੇ ਦਿਨ ਹੈਗੇ ਆ ਨਾ, ਤਾਂ ਮੇਰੇ ਅਜ਼ੀਜ਼ੋ ਯਕੀਨ ਰੱਖੋ ਇਹ ਜ਼ਿਆਦਾ ਟਾਈਮ ਨਹੀਂ ਰਹਿਣੇ, ਕਿਉਂਕਿ ਹਰੇਕ ਚੀਜ਼ ਦਾ ਵੇਲਾ ਆ। ਠੀਕ ਹੈ ਜੀ। ਹਰੇਕ ਚੀਜ਼ ਦਾ ਵੇਲਾ, ਕਿਉਂਕਿ ਕੁਛ ਹੱਸਣ ਦਾ ਟਾਈਮ ਆ, ਕੁਛ ਰੋਣ ਦਾ ਟਾਈਮ ਆ, ਹੈ ਨਾ। ਜੇ ਅਸੀਂ ਕਹੀ ਜਾਈਏ ਕਿ ਅਸੀਂ ਖੁਸ਼ੀ ਰਹੀਏ ਨਾ, ਤਾਂ ਪਰ ਮੇਰੇ ਅਜ਼ੀਜ਼ੋ ਅਸੀਂ ਭੁੱਲ ਜਾਣਾ ਰੱਬ ਨੂੰ, ਅਸੀਂ ਭੁੱਲਣਾ ਨਹੀਂ ਹੈਗਾ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ, ਉਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਦੀ ਧੰਨਵਾਦ ਕਰਨਾ, ਕਿ ਇਹ ਸਾਹ ਜਿਹੜੇ ਆ, ਕਿਉਂਕਿ ਅੱਜ ਦੇ ਦਿਨ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਆ ਜਿਹੜੇ ਇਸ ਦੁਨੀਆ ਤੋਂ ਰਵਾਨਾ ਹੋ ਗਏ ਆ, ਹੈ ਨਾ ਜੀ। ਤੇ ਪਰਮੇਸ਼ਰ ਦਾ ਧੰਨਵਾਦ ਕਰੋ ਕਿ ਸਾਹ ਜਿਹੜੇ ਆ ਨਾ, ਇਹ ਪਰਮੇਸ਼ਰ ਨੇ ਦਿੱਤੇ ਹੋਏ ਸਾਹ, ਇਹਦਾ ਵੀ ਧੰਨਵਾਦ ਕਰੋ। ਤੁਰਦੇ ਫਿਰਦੇ ਧੰਨਵਾਦ ਕਰੋ, ਕਿਉਂਕਿ ਅੱਜ ਜੋ ਸਾਡੇ ਕੋਲ ਹੈ, ਉਹ ਕਈਆਂ ਕੋਲ ਇੱਦਾਂ ਹੈਗਾ ਵੀ ਨਹੀਂ ਹੈਗਾ। ਤਾਂ ਕਈਆਂ ਕੋਲ ਅੱਖਾਂ ਨਹੀਂ ਹੈਗੀਆਂ, ਕਈਆਂ ਕੋਲ
ਲੱਤਾਂ ਨਹੀਂ ਟੁੱਟੀਆਂ ਹੋਈਆਂ ਵਿਚਾਰਿਆਂ ਦੀਆਂ ਹੈ ਨਾ, ਕਈਆਂ ਦੇ ਗੁਰਦੇ ਹੈ ਨਹੀਂ, ਉਹ ਕਈਆਂ ਦੇ ਮਤਲਬ ਕਿ ਦਿਮਾਗ 'ਚ ਉਹ ਪ੍ਰੋਬਲਮ ਹੈ ਨਾ। ਹਮੇਸ਼ਾ ਹਰ ਹਾਲਤ 'ਚ ਧੰਨਵਾਦ ਕਰੋ, ਹਰ ਹਾਲਤ 'ਚ, ਕਿਉਂਕਿ ਇੱਦਾਂ ਜਦੋਂ ਅਸੀਂ ਧੰਨਵਾਦ ਕਰਦੇ ਪਰਮੇਸ਼ਰ ਸਾਡੇ ਤੋਂ ਖੁਸ਼ ਹੁੰਦਾ ਹੈ, ਅਤੇ ਜਿਹੜੀ ਚੀਜ਼ ਤੁਸੀਂ ਮੰਗਦੇ ਹੋ ਤੁਹਾਨੂੰ ਮਿਲਦੀ ਵੀ ਹੈ ਮੇਰੀ ਤੋਂ। ਕਿਉਂਕਿ ਪਰਮੇਸ਼ਰ ਕਈ ਵਾਰੀ ਵੀ ਇਹ ਵੀ ਦੇਖਦਾ ਹੁੰਦਾ ਕਿ ਦੇਖਾਂ ਮੈਂ ਮਤਲਬ ਕਿ ਮੈਂ ਇਹਨੂੰ ਮਤਲਬ ਕਿ ਥੋੜ੍ਹਾ ਜਿਹਾ ਮਤਲਬ ਕਿ ਇਹਨੂੰ ਦੇਖਦਾ, ਮਤਲਬ ਕਿ ਕੋਆਪਰੇਟ ਕਰਦਾ ਵੀ ਕਿਤੇ ਮੈਨੂੰ ਮਤਲਬ ਕਿ ਫਿੱਟ ਕਰ ਤਾਂ ਨਹੀਂ ਦਊਗਾ, ਜਾਂ ਮੈਨੂੰ ਕੁਛ ਕਹੂਗਾ ਤਾਂ ਨਹੀਂ, ਮੈਨੂੰ ਗਾਲ ਗੂਲ ਵਗੈਰਾ ਇੱਦਾਂ ਕਰਕੇ ਕੁਛ ਕਹੂਗਾ ਤਾਂ ਨਹੀਂ ਹੈਗਾ ਮੈਨੂੰ। ਪਰ ਮੇਰੇ ਅਜ਼ੀਜ਼ੋ, ਜਦੋਂ ਅਸੀਂ ਆਪਣਾ ਐਗਜ਼ਾਮ ਪਾਰ ਕਰ ਦਿੰਦੇ ਹਾਂ, ਜਦੋਂ ਅਸੀਂ ਉਸ ਦੁੱਖ ਵਿੱਚੋਂ ਨਿਕਲ ਜਾਂਦੇ ਹਾਂ, ਜਦੋਂ ਅਸੀਂ ਪਰਮੇਸ਼ਰ ਧੰਨਵਾਦ ਕਹਿ ਕੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਰ ਸਾਡੇ ਦੁੱਖਾਂ ਨੂੰ ਦੇਖ, ਉੱਠ ਸਾਡੇ ਲਈ ਕੁਛ ਕਰ, ਜਦੋਂ ਅਸੀਂ ਇੱਦਾਂ ਕਹਿੰਦੇ ਨਾ ਮੇਰੇ ਅਜ਼ੀਜ਼ੋ, ਤੇ ਪਰਮੇਸ਼ਰ ਵਾਕਈ ਸਾਡੇ ਲਈ ਉੱਠਦਾ ਫਿਰ ਸਾਡੇ ਸਾਰੀਆਂ ਵੈਰੀਆਂ ਦਾ ਮੂੰਹ ਕਾਲਾ ਕਰ ਦਿੰਦਾ ਤੇ ਸਾਨੂੰ ਜਿੱਤ ਪ੍ਰਾਪਤ ਹੁੰਦਾ। ਠੀਕ ਹੈ ਜੀ। ਬਾਕੀ ਇਹੀ ਮੇਰਾ ਅੱਜ ਦਾ ਇਹੀ ਵਿਸ਼ਾ ਆ ਕਿ ਪਰਮੇਸ਼ਰ ਦੇ ਹੁਕਮਾਂ ਨੂੰ ਅਸੀਂ ਮੰਨਣਾ ਆ। ਠੀਕ ਹੈ ਜੀ। ਤੇ ਪਰਮੇਸ਼ਰ ਦਾ ਕੰਮ ਕਰਦੇ ਰਹੋ, ਪਰਮੇਸ਼ਰ ਦਾ ਕੰਮ ਕਰੋ, ਪਰਮੇਸ਼ਰ ਦੇ ਨਾਮ ਵਿੱਚ ਹੋਰਾਂ ਨੂੰ ਵੀ ਬਚਾਓ, ਕਿਉਂਕਿ ਮੇਰੇ ਅਜ਼ੀਜ਼ੋ ਬਾਈਬਲ ਇਹ ਦੱਸਦੀ ਆ ਕਿ ਜਿੰਨੀ ਦੇਰ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਪੂਰੀ ਦੁਨੀਆ ਦੇ ਕੋਨੇ ਕੋਨੇ ਤੱਕ ਨਹੀਂ ਪਹੁੰਚ ਜਾਂਦਾ ਮੇਰੇ ਅਜ਼ੀਜ਼ੋ, ਉਨੇ ਚਿਰ ਅੰਤ ਨਹੀਂ ਹੋਣਾ ਉਦੋਂ ਤੱਕ। ਇਹ ਸਾਡੀ ਇਹ ਕਿਉਂਕਿ ਦੇਖੋ ਅਸੀਂ ਸਰੀਰ ਆ, ਅਸੀਂ ਮਿੱਟੀ ਹਰ ਸਰੀਰ ਆ, ਮਿਟਣਾ ਹੈਗਾ ਸਾਰਿਆਂ ਨੇ। ਠੀਕ ਹੈ ਜੀ। ਮਿਟਣਾ ਸਾਰਿਆਂ ਨੇ ਹੈ, ਇਸ ਦੁਨੀਆ ਤੋਂ ਸਾਰਿਆਂ ਨੇ ਜਾਣਾ ਹੈ। ਇਹ ਮਿੱਟੀ ਆ, ਅਸੀਂ ਜਿਹੜਾ ਸਾਡਾ ਸਰੀਰ ਆ ਇਹ ਮਿੱਟੀ ਆ, ਮਿੱਟੀ 'ਚ ਹੀ ਮਿਲ ਜਾਣਾ। ਠੀਕ ਹੈ ਜੀ। ਪਰ ਗੱਲ ਇਹ ਹੈ ਕਿ ਪਰਮੇਸ਼ਰ ਦਾ ਪਿਆਰ ਸਦਾ ਲਈ ਹੈ ਸਾਡੇ ਲਈ। ਠੀਕ ਹੈ ਜੀ। ਪ੍ਰਭੂ ਯਿਸੂ ਮਸੀਹ ਜਦੋਂ ਆਉਣਗੇ ਹੈ ਨਾ, ਅਸੀਂ ਜਦੋਂ ਵਫਾਦਾਰ ਨਿਕਲੇ ਤਾਂ ਸਾਨੂੰ ਆਪਣੀ ਦੁਲਹਨ ਬਣਾ ਕੇ ਲੈ ਕੇ ਜਾਏਗੇ, ਸਾਨੂੰ ਜੀਵਨ ਦਾ ਮੁਕਟ ਮਿਲੇਗਾ ਮੇਰੇ ਜੀ, ਜਿਹਨੂੰ ਨਾ ਤੇ ਹੋਰ ਇੱਦਾਂ ਕਿ ਸਾਨੂੰ ਉੱਥੇ ਸਾਡਾ ਧਨ ਜੋੜਿਆ ਹੋਇਆ ਪਹਿਲੇ, ਜਿਹਨੂੰ ਨਾ ਕੀੜਾ ਲੱਗਦਾ, ਨਾ ਫਨ ਲੱਗਦਾ, ਨਾ ਕੁਛ ਵੀ ਇੱਦਾਂ ਨਹੀਂ ਹੁੰਦਾ। ਸਾਡਾ ਉੱਥੇ ਧਨ ਬਹੁਤ ਧਨ ਸਾਡਾ। ਕਿਉਂਕਿ ਮੇਰੇ ਅਜ਼ੀਜ਼ੋ ਬਾਈਬਲ ਸਾਨੂੰ ਇਹ ਦੱਸਦੀ ਆ ਕਿ ਧਰਮੀ ਜਨ 100 ਵਾਰੀ ਵੀ ਡਿੱਗ ਜਾਵੇ ਨਾ, 10 ਵਾਰੀ ਵੀ ਡਿੱਗ ਜਾਵੇ, ਪਰਮੇਸ਼ਰ ਉਹਨੂੰ ਉੱਥੇ ਖੜਾ ਕਰਨ ਦੀ ਸਮਰੱਥ ਰੱਖਦਾ। ਤੇ ਜਿਹੜਾ ਅਧਰਮੀ ਹੈ, ਉਹ ਇੱਕ ਵਾਰੀ ਡਿੱਗ ਗਿਆ ਨਾ, ਉਹਨੂੰ ਡਿੱਗਿਆ ਹੀ ਰਹਿਣਾ। ਠੀਕ ਹੈ ਜੀ। ਪਰਮੇਸ਼ਰ ਦੇ ਨਾਮ ਨੂੰ ਫੈਲਾਓ, ਪਰਮੇਸ਼ਰ ਨੂੰ ਪਿਆਰ ਕਰੋ, ਪਰਮੇਸ਼ਰ ਪਿਆਰ ਆ। ਇੱਕ ਗੱਲ ਮੇਰੀ ਹੋਰ ਅਜ਼ੀਜ਼ੋ ਮੈਂ ਕਹਿਣਾ ਚਾਹੁੰਦੀ ਹਾਂ ਕਿ ਚਾਹੇ ਤੁਸੀਂ, ਮੈਂ ਕਿਸੇ ਨੂੰ ਪੁਆਇੰਟ ਆਊਟ ਨਹੀਂ ਕਰਦੀ, ਕਿਸੇ ਨੂੰ, ਕਿਉਂਕਿ ਮੇਰੀ ਇਹ ਨਹੀਂ ਬਾਤ ਨਹੀਂ ਹੈਗੀ ਮੈਂ ਕਿਸੇ ਨੂੰ ਕੁਛ ਕਹਿ ਰਹੀ ਹਾਂ, ਕਿਉਂਕਿ ਮੈਂ ਕਿਸੇ ਦੇ ਪੈਰਾਂ ਵਰਗੀ ਵੀ ਨਹੀਂ ਹੈਗੀ। ਠੀਕ ਹੈ ਜੀ। ਮੈਂ ਪਰਮੇਸ਼ਰ ਦੀ ਬਹੁਤ ਹੀ, ਮੈਂ ਕਿਉਂਕਿ ਗੱਲ ਕਰਦੀ, ਦੇਖੋ ਪਲੂਸ ਕਹਿੰਦਾ ਕਿ ਮੈਂ ਸਭ ਤੋਂ ਵੱਡਾ ਪਾਪੀ ਹਾਂ, ਪਰ ਮੈਂ ਕਹਿੰਦੀ ਕਿ ਮੈਂ ਸਭ ਤੋਂ ਵੱਡੀ ਪਾਪਣ ਹਾਂ ਇਸ ਧਰਤੀ 'ਤੇ, ਮੈਂ ਸਭ ਤੋਂ ਵੱਡੀ ਪਾਪਣ ਹਾਂ। ਠੀਕ ਹੈ ਜੀ। ਮੇਰੀ ਨਹੀਂ ਹੈਗੀ ਔਕਾਤ ਕਿ ਮੈਂ ਕਿਸੇ ਨੂੰ ਕੁਛ ਕਹਿ ਸਕਾਂ, ਪਰ ਮੈਂ ਰਚਨਾ ਨੂੰ ਟਾਰਗੇਟ ਕਰਕੇ ਗੱਲ ਕਰਦੀ ਹਾਂ ਕਿ ਜਦੋਂ ਅਸੀਂ ਕਲੀਸਿਆ ਦੀ ਗੱਲ ਕਰਦੇ ਹਾਂ, ਜਾਂ ਕਿਸੇ ਪਾਸਟਰ ਦੀ ਗੱਲ ਕਰਦੇ ਹਾਂ ਹੈ ਨਾ, ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਹੈ ਨਾ, ਜਾਂ ਮਤਲਬ ਕਿ ਕੋਈ ਵੀ ਗੱਲ ਕਰਦੇ ਹਾਂ, ਜਾਂ ਗੀਤ ਹੀ ਗਾਉਂਦੇ ਹਾਂ, ਜਾਂ ਕਲੀਸਿਆ 'ਚ ਹੀ ਬੈਠੇ ਹਾਂ ਅਸੀਂ ਹੈ ਨਾ ਗੱਲ ਕਰਦੇ, ਅਸੀਂ ਚਰਚ 'ਚ ਜਾਂਦੇ ਬੜੇ ਬੀਬੀਆਂ ਜਿਹੇ ਬਣ ਕੇ ਬਹਿੰਦੇ ਹਾਂ ਹੈ ਨਾ, ਪਰ ਜਦੋਂ ਘਰੇ ਆਉਂਦੇ ਹਾਂ ਅਤੇ ਉਦੋਂ ਫਿਰ ਅਸੀਂ ਲੜਾਈਆਂ ਕਰਦੇ ਹਾਂ ਨਾ, ਗੱਲ ਕਰਦੇ। ਬਾਈਬਲ ਕੀ ਕਹਿੰਦੀ ਇਸ ਬਾਰੇ? ਬਾਈਬਲ ਕਹਿੰਦੀ ਕਿ ਜੇ ਤੇਰੇ 'ਚ ਪਿਆਰ ਨਹੀਂ ਹੈਗਾ ਨਾ, ਚਾਹੇ ਤੂੰ ਭਵਿੱਖਬਾਣੀਆਂ ਕਰ ਲੈ, ਚਾਹੇ ਤੂੰ ਕਿੱਡਾ ਵੀ ਵੱਡਾ ਪ੍ਰਚਾਰਕ ਕਿਉਂ ਨਾ ਹੋਵੇ, ਚਾਹੇ ਤੂੰ ਕਿੰਨੇ ਵੀ ਵੱਡੇ ਚਮਤਕਾਰ ਕਿਉਂ ਨਾ ਕੀਤੇ ਹੋਣ, ਸਭ ਵਿਅਰਥ ਆ ਮੇਰੇ ਅਜ਼ੀਜ਼ੋ। ਕਿਉਂਕਿ ਪਿਆਰ ਇੱਕ ਉੱਤਮ ਚੀਜ਼ ਆ, ਸਭ ਤੋਂ ਵੱਡੀ ਚੀਜ਼, ਉੱਤਮ ਚੀਜ਼ ਕਿਹੜੀ ਆ? ਪਿਆਰ। ਕਿਉਂਕਿ ਜੇ ਅਸੀਂ ਇੱਕ ਦੂਜੇ ਨੂੰ ਪਿਆਰ ਕਰਾਂਗੇ ਨਾ, ਦੇਖੋ ਹੁਣ ਆਪਾਂ ਦੁਨਿਆਵੀ ਗੱਲ ਕਰਦੇ ਹਾਂ, ਜੇ ਕੋਈ ਬੰਦਾ ਹੈ ਨਾ, ਦੋ ਬੰਦੇ ਆ, ਇੱਕ ਤਾਂ ਹੈਗਾ ਵੀ ਜਿਹੜਾ ਮਤਲਬ ਕਿ ਲੋਕਾਂ ਨੂੰ ਗਾਲਾਂ ਕੱਢਦਾ ਨਾ, ਕਿਸੇ ਨਾਲ ਨਹੀਂ ਬਣੀ ਹੈਗੀ ਉਹਦੀ। ਠੀਕ ਹੈ ਜੀ। ਪਿਆਰ ਨਹੀਂ ਕਰਦਾ। ਦੂਸਰਾ ਬੰਦਾ ਹਰੇਕ ਨਾਲ ਪਿਆਰ ਕਰਦਾ, ਹਰੇਕ ਦੀ ਮਦਦ ਕਰਦਾ, ਬਹੁਤ ਚੰਗਾ ਬੰਦਾ। ਤੇ ਜਦੋਂ ਮਤਲਬ ਕਿ ਗੱਲ ਕਰਦੇ ਹਾਂ, ਜਦੋਂ ਦੋਨੇ ਮਤਲਬ ਕਿ ਮੁੱਕ ਜਾਂਦੇ ਆ, ਦੋਨਾਂ ਦੀ ਮੌਤ ਹੋ ਜਾਂਦੀ ਆ, ਤਾਂ ਮੇਰੇ ਅਜ਼ੀਜ਼ੋ ਜਿਹੜਾ ਚੰਗਾ ਬੰਦਾ, ਜਿਹੜਾ ਪਿਆਰ ਕਰਦਾ, ਉਹਨੂੰ ਲੋਕ ਯਾਦ ਰੱਖਦੇ ਆ, ਉਹਨੂੰ ਕਹਿੰਦੇ ਕਿ ਹਾਂ ਇਹ ਬੰਦਾ ਚੰਗਾ ਸੀ। ਜਿਹੜਾ ਦੂਸਰਾ ਬੰਦਾ ਜਿਹੜਾ ਗਾਲਾਂ ਕੱਢਦਾ, ਜਿਹੜਾ ਕੀ ਕਹਿੰਦੇ ਉਹਨੂੰ, ਜਿੱਦਾਂ ਮਤਲਬ ਕਿ ਬੋਲਦਾ ਆ ਜਾਂ ਪਰਮੇਸ਼ਰ ਨੂੰ ਵੀ ਫਿਟਕਾਰਦਾ, ਉਹਦਾ ਫਿਰ ਲੋਕ ਕਹਿੰਦੇ ਚੰਗਾ ਹੀ ਹੋਇਆ ਮਰ ਗਿਆ। ਠੀਕ ਹੈ ਜੀ। ਪਰਮੇਸ਼ਰ ਵੀ ਸਾਨੂੰ ਇਹੀ ਕਹਿੰਦਾ ਕਿ ਇੱਕ ਦੂਜੇ ਨਾਲ ਪਿਆਰ ਕਰੋ, ਅਤੇ ਆਪਣੇ ਗੁਆਂਢੀ ਨੂੰ ਆਪਣੇ ਵਾਂਗੂ ਪਿਆਰ ਕਰੋ। ਹੁਣ ਗੁਆਂਢੀ ਕੌਣ ਆ? ਗੁਆਂਢੀ ਹੁਣ ਜਿਹੜੇ ਸਾਡੇ ਆਸੇ ਪਾਸੇ ਰਹਿੰਦੇ, ਇਹਨੂੰ ਮੰਨ ਲਓ, ਪਰ ਜਿਹੜਾ ਅਸਲੀ ਗੁਆਂਢੀ ਉਹ ਜਿਹੜਾ ਤੁਹਾਡੇ ਦੁੱਖ ਵਿੱਚ ਤੁਹਾਡੇ ਨਾਲ ਖੜਾ, ਜੋ ਤੁਹਾਡੇ ਤਕਲੀਫ ਹੋਵੇ ਹੈ ਨਾ, ਤੁਹਾਨੂੰ ਤਕਲੀਫ ਹੋਵੇ ਅਤੇ ਤੁਹਾਡੇ ਦੁੱਖ ਵਿੱਚ ਆ ਕੇ ਤੁਹਾਡੇ ਨਾਲ ਖੜਦਾ, ਤੁਹਾਡੀ ਜ਼ਰੂਰਤ ਨੂੰ ਪੂਰੀ ਕਰਦਾ, ਉਹ ਤੁਹਾਡਾ ਗੁਆਂਢੀ ਆ।
ਗਵਾਂਢੀ ਹੁਣ ਚੰਗਾ ਗਵਾਂਢੀ ਦੀ ਗੱਲ ਕਰਦੇ ਇਹਦੇ ਵਿੱਚ ਇਹਦੇ ਬਾਰੇ ਵੀ ਬਚਨ ਹੈਗਾ। ਇਹ ਆਪਾਂ ਅਗਲੀ ਵਾਰੀ ਪੜਾਂਗੇ, ਕਿਉਂਕਿ ਜੇ ਮੈਂ ਹੁਣ ਹੈ ਉਹ ਵੀ ਪੜ੍ਹਨ ਲੱਗ ਪਈ ਤੇ ਵੀਡੀਓ ਬਹੁਤ ਲੰਬੀ ਹੋ ਜਾਣੀ ਆ। ਤੇ ਮੇਰੇ ਅਜ਼ੀਜ਼ੋ ਮੈਨੂੰ ਕਈਆਂ ਨੇ ਕਿਹਾ ਕਿ ਵੀਡੀਓ ਸਾਰੀ ਲੰਬੀ ਨਾ ਬਣਾਇਆ ਕਰ, ਠੀਕ ਹੈ ਜੀ। ਤੇ ਬਾਕੀ ਪਰਮੇਸ਼ਰ ਧੰਨਵਾਦ ਆ ਕਿ ਪਰਮੇਸ਼ਰ ਨੇ ਆਪਣੇ ਹਜ਼ੂਰ 'ਚ ਬੈਠਣ ਦਾ ਮੌਕਾ ਦਿੱਤਾ ਔਰ ਪਰਮੇਸ਼ਰ ਦਾ ਅਸੀਂ ਬਚਨ ਪੜ੍ਹਿਆ। ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦੇਣੀ, ਪਰਮੇਸ਼ਰ ਦੇ ਨਾਮ ਨੂੰ ਧੰਨਵਾਦ, ਲੱਖ ਲੱਖ ਕਰੋੜਾਂ ਵਾਰੀ ਧੰਨਵਾਦ। ਔਰ ਮੇਰੇ ਅਜ਼ੀਜ਼ੋ ਪ੍ਰਾਰਥਨਾ ਕਰੋ ਕਿ ਤੁਸੀਂ ਅਜ਼ਮਾਇਸ਼ ਵਿੱਚ ਨਾ ਪਾਓ, ਠੀਕ ਹੈ ਜੀ। ਪ੍ਰਾਰਥਨਾ ਕਰੋ, ਪ੍ਰਾਰਥਨਾ ਐਡਾ ਵੱਡਾ ਹਥਿਆਰ ਹੈ ਸਾਡੇ ਕੋਲ ਕਿ ਅਸੀਂ ਕੁਛ ਵੀ ਕਰ ਸਕਦੇ ਹਾਂ ਉਹਨਾਂ। ਇੱਕ ਵਿਸ਼ਵਾਸ, ਇੱਕ ਪਿਆਰ ਤੇ ਇੱਕ ਪ੍ਰਾਰਥਨਾ, ਸਭ ਕੁਛ ਕਰ ਸਕਦੇ ਹਾਂ ਅਸੀਂ। ਜਿਹੜਾ ਤੁਸੀਂ ਕਹਿੰਦੇ ਨਾ ਨਹੀਂ ਵੀ ਹੋ ਸਕਦਾ ਉਹ ਵੀ ਹੋ ਜਾਣਾ ਕੰਮ। ਜਿਹੜਾ ਤੁਹਾਨੂੰ ਲੱਗਦਾ ਨਾ ਕਿ ਪਰਮੇਸ਼ਰ ਦੇ ਕੋਈ ਗੱਲ ਕਰਦੇ, ਪਰਮੇਸ਼ਰ ਲਈ ਸਭ ਕੁਛ ਸੰਭਵ ਆ, ਸਾਡੇ ਲਈ ਅਸੰਭਵ ਆ। ਜਿੱਥੋਂ ਸਾਡੀ ਕੈਸਟ ਮੁੱਕਦੀ ਹੈ ਨਾ ਉੱਥੇ ਪਰਮੇਸ਼ਰ ਦੀ ਸ਼ੁਰੂ ਹੁੰਦੀ ਕੈਸਟ, ਸਮਝੇ ਗੱਲ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪਰਮੇਸ਼ਰ ਲਈ ਸਭ ਕੁਛ ਮੁਮਕਿਨ ਹੈ। ਜਿਹੜੇ ਪੱਤੇ ਹਿਲਦੇ ਆ, ਸਾਡੇ ਸਾਹ ਚੱਲਦੇ ਵੀ ਪਰਮੇਸ਼ਰ ਦੇ ਦਿੱਤੇ ਹੋਏ ਆ ਤੇ ਉਹ ਸਾਨੂੰ ਆਪਣੇ ਹਥੇਲੀਆਂ ਤੇ ਉੱਕਰ ਲਿਆ ਹੈ। ਸਾਨੂੰ ਹਰ ਵੇਲੇ ਉਹਦੀ ਨਜ਼ਰ ਆਪਣੇ ਬੱਚਿਆਂ ਤੇ ਰਹਿੰਦੀ ਹੈ, ਠੀਕ ਹੈ ਜੀ। ਪਰਮੇਸ਼ਰ ਧੰਨਵਾਦ ਕਰੋ, ਠੀਕ ਹੈ ਜੀ। ਹਰ ਹਾਲ 'ਚ ਧੰਨਵਾਦ ਕਰੋ। ਮੈਂ ਇਹ ਕਹਿੰਦੀ ਹਾਂ ਜੀ, ਵਿਸ਼ਵਾਸ ਰੱਖੋ। ਵਿਸ਼ਵਾਸ ਦੀ ਜਿਹੜੀ ਤਲਵਾਰ ਆ ਨਾ, ਵਿਸ਼ਵਾਸ, ਪਿਛਲੀ ਵਾਰ ਵੀ ਗੱਲ ਕਹੀ ਸੀ ਬੱਚਿਆਂ 'ਚ, ਤੇ ਵਿਸ਼ਵਾਸ ਇੱਕ ਏਦਾਂ ਦੀ ਤਲਵਾਰ ਆ ਨਾ, ਇੱਕ ਏਦਾਂ ਦੀ ਚਾਬੀ ਆ ਨਾ ਕਿ ਤੁਸੀਂ ਜੋ ਮੰਗੋਗੇ ਤੁਹਾਨੂੰ ਜ਼ਰੂਰ ਮਿਲੇਗਾ। ਮੇਰੇ ਅਜ਼ੀਜ਼ ਜ਼ਰੂਰ ਮਿਲੇਗਾ। ਫਰਕ ਕੇ ਦੇਖੋ ਕਿ ਪਰਮੇਸ਼ਰ ਕਿੰਨਾ ਭਲਾ ਹੈ, ਬਹੁਤ ਭਲਾ ਪਰਮੇਸ਼ਰ ਹੈ। ਪਰਮੇਸ਼ਰ ਸਾਡਾ ਇੰਨਾ ਮਹਾਨ ਹੈ ਕਿ ਸਾਡੇ ਪਾਪਾਂ ਨੂੰ ਦੇਖ ਕੇ ਹਾਉ ਪਰੇ ਕਰਦਾ ਹੈ, ਚੱਲ ਕੋਈ ਨਹੀਂ। ਇੰਨਾ ਭਲਾ ਪਰਮੇਸ਼ਰ ਕਿਤੇ ਨਹੀਂ ਹੈਗਾ ਮੇਰੇ ਅਜ਼ੀਜ਼ੋ। ਜਿਹੜਾ ਪਿਆਰ ਅਸੀਂ ਹੋਰਾਂ ਨੂੰ ਕਰਦੇ ਆ ਜਾਂ ਸਾਡੇ ਮਾਂ ਪਿਓ ਸਾਨੂੰ ਕਰਦੇ ਨਾ, ਉਹ ਪਿਆਰ ਪਰਮੇਸ਼ਰ ਦਾ ਇੰਨਾ ਕੁ ਮਹਾਨ ਹੈ ਨਾ, ਉਹ ਕੁਛ ਵੀ ਹੈ ਨਹੀਂ ਪਿਆਰ। ਦੁਨਿਆਵੀ ਪਿਆਰ ਜਿਹਦਾ, ਦੁਨਿਆਵੀ ਪਿਆਰ ਨਾ ਪਰਮੇਸ਼ਰ ਦੇ ਪਿਆਰ ਦੇ ਸਾਹਮਣੇ ਕੁਝ ਹੈ ਹੀ ਨਹੀਂ ਹੈ। 1% ਵੀ ਨਹੀਂ ਹੈਗਾ, 1% ਵੀ ਨਹੀਂ ਹੈਗਾ। ਤੇ ਪਰਮੇਸ਼ਰ ਦਾ ਪਿਆਰ ਬਹੁਤ ਮਹਾਨ ਮੇਰੇ, ਬਹੁਤ ਮਹਾਨ ਹੈ। ਅਸੀਂ ਤਾਂ ਰੀਸ ਵੀ ਨਹੀਂ ਕਰ ਸਕਦੇ। ਕਹਿੰਦੇ ਨਾ ਪਰਮੇਸ਼ਰ ਜੀ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਹੈ ਨਾ, ਕਹਿੰਦੇ ਆ ਨਾ ਅਸੀਂ ਪਰਮੇਸ਼ਰ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ। ਪ੍ਰਾਰਥਨਾ ਭਾਵੇਂ ਨਾ ਹੀ ਕਰੋ, ਨਾ ਹੀ ਪ੍ਰਾਰਥਨਾ ਕਰੋ, ਵਚਨ ਨਾ ਪੜੋ, ਕੋਈ ਨਹੀਂ, ਅਸੀਂ ਪਿਆਰ ਕਰਦੇ ਹਾਂ ਪਰਮੇਸ਼ਰ। ਇੱਦਾਂ ਨਹੀਂ ਹੈਗਾ ਮੇਰੇ ਅੰਦਰ। ਪ੍ਰਾਰਥਨਾ ਕਰਨੀ ਆ, ਵਚਨ ਪੜ੍ਹਨਾ ਆ, ਹਰ ਟਾਈਮ ਉਹਨੂੰ ਯਾਦ ਰੱਖਣਾ, ਹਰ ਟਾਈਮ ਯਾਦ ਰੱਖੋ ਉਹਨੂੰ। ਤੇ ਮੇਰੇ ਅਜ਼ੀਜ਼ੋ ਸਾਰੀਆਂ ਸੋਚਾਂ ਨਾਲੋਂ ਵੀ ਵੱਧ ਕੇ ਤੁਹਾਨੂੰ ਪਰਮੇਸ਼ਰ ਦੇਗਾ। ਕਿਉਂਕਿ ਮੇਰੇ ਅਜ਼ੀਜ਼ੋ ਦੇਖੋ ਗੱਲ ਕਰਦੇ ਹਾਂ ਪਰਮੇਸ਼ਰ 'ਚ ਹੀ, ਪਰਮੇਸ਼ਰ ਜਿਹੜੇ ਸਾਨੂੰ ਬਣਾਇਆ ਕੁਛ ਸੋਚ ਸਮਝ ਕੇ ਬਣਾਇਆ ਕਿ ਸਾਨੂੰ ਇੱਥੇ ਦੁੱਖ ਕੱਟਣ ਨੂੰ ਭੇਜਿਆ ਸਾਨੂੰ ਉਹਨਾਂ ਨੇ, ਨਹੀਂ ਮੇਰੇ ਅਜ਼ੀਜ਼ੋ। ਅਸੀਂ ਪਰਮੇਸ਼ਰ ਦੀ ਸੰਤਾਨ ਆ। ਗਰਵ ਨਾ ਕਹੋ ਕਿ ਮੈਂ ਪਰਮੇਸ਼ਰ ਦੀ ਸੰਤਾਨ, ਮੈਂ ਪਰਮੇਸ਼ਰ ਦੀ ਸੰਤਾਨ ਆ, ਠੀਕ ਹੈ ਜੀ। ਤੇ ਗੱਲ ਇਹੀ ਆ ਕਿ ਵਿਸ਼ਵਾਸ ਕਰੋ ਮੇਰੇ ਅਜ਼ੀਜ਼ੋ ਔਰ ਹਰ ਹਾਲਤ 'ਚ ਪਰਮੇਸ਼ਰ ਦਾ ਧੰਨਵਾਦ ਕਰੋ, ਠੀਕ ਹੈ ਜੀ। ਤੇ ਅੱਜ ਮੇਰਾ ਇਹ ਟੌਪਿਕ ਸੀ ਕਿ ਉਜਾੜੂ ਪੁੱਤਰ ਦੀ ਗੱਲ ਕਰਦੇ ਸੀ। ਤੇ ਜੇ ਤੁਹਾਨੂੰ ਕੁਛ ਵੀ ਸਿੱਖਣ ਨੂੰ ਮਿਲਿਆ ਨਾ ਤੇ ਮੇਰੇ ਅਜ਼ੀਜ਼ੋ ਇਹਨੂੰ ਬਾਰ-ਬਾਰ ਪੜ੍ਹਨਾ, ਬਾਰ-ਬਾਰ ਪੜ੍ਹੋ ਇਹਨੂੰ ਵਚਨਾਂ ਨੂੰ, ਕਿਉਂਕਿ ਪਰਮੇਸ਼ਰ ਦੇ ਜਿਹੜੇ ਵਚਨ ਆ ਨਾ ਇਹ ਬਹੁਤ ਗੁੱਝੇ ਹੋਏ ਆ, ਬਹੁਤ ਡੀਪ ਆ। ਜਿੰਨਾ ਡੀਪ ਚੱਲ ਜੂਗੇ ਨਾ ਇਹਨੇ ਹੋਰ ਥੱਲੇ ਡੀਪ ਜਾਈ ਜਾਣਾ, ਠੀਕ ਹੈ ਮੇਰੇ ਅਜ਼ੀਜ਼ੋ। ਤੇ ਪਰਮੇਸ਼ਰ ਧੰਨਵਾਦ ਆ। ਅਗਲੀ ਵਾਰੀ ਇੱਕ ਹੋਰ ਬਣ ਕੇ ਪਰਮੇਸ਼ਰ ਦਾ ਵਚਨ ਲੈ ਕੇ ਆਵਾਂਗੇ ਜਿਹਨਾਂ ਤੁਹਾਨੂੰ ਕੁਛ ਸਿੱਖਣ ਨੂੰ ਮਿਲੇਗਾ। ਔਰ ਜੇ ਤੁਹਾਨੂੰ ਕੁਛ ਸਮਝ ਨਹੀਂ ਲੱਗੀ ਤਾਂ ਮੇਰੇ ਅਜ਼ੀਜ਼ੋ ਮੈਨੂੰ ਕਮੈਂਟ 'ਚ ਜ਼ਰੂਰ ਦੱਸਿਓ, ਕਿਉਂਕਿ ਮੈਂ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਕਰਦੀ ਹਾਂ ਕਿ ਤੁਹਾਨੂੰ ਮੇਰੇ ਅਜ਼ੀਜ਼ੋ, ਮੈਨੂੰ ਇਹ ਆ ਕਿ ਤੁਹਾਨੂੰ ਸਮਝ ਲੱਗਣੀ ਚਾਹੀਦੀ ਆ, ਜਿਹੜਾ ਮੇਰਾ ਮੇਨ ਮੋਟਿਵ ਆ। ਮੈਂ ਨਹੀਂ ਕਹਿੰਦੀ ਤੁਹਾਨੂੰ ਕਿ ਮੇਰੇ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ, ਮੈਨੂੰ ਵੀ ਜ਼ਰੂਰਤ। ਕਮੈਂਟ ਮੈਂ ਤਾਂ ਕਹਿ ਰਹੀ ਹਾਂ ਕਿ ਤੁਹਾਨੂੰ ਨਹੀਂ ਸਮਝ ਲੱਗੀ ਨਾ ਤਾਂ ਤੁਸੀਂ ਜ਼ਰੂਰ ਦੱਸੋ ਮੈਨੂੰ। ਜੇ ਤੁਹਾਨੂੰ ਸਮਝ ਲੱਗੀ ਤਾਂ ਕੋਈ ਜ਼ਰੂਰਤ ਨਹੀਂ ਕਮੈਂਟ ਕਰੋ, ਕੋਈ ਨਹੀਂ। ਮੇਰਾ ਟਿਕਟ ਇਹ ਆ ਕਿ ਪਰਮੇਸ਼ਰ ਦੇ ਨਾਮ ਨੂੰ ਫੈਲਾਉਣਾ, ਠੀਕ ਹੈ ਜੀ। ਪਰਮੇਸ਼ਰ ਦੇ ਨਾਮ ਨੂੰ ਫੈਲਾਉਣਾ ਔਰ ਪਰਮੇਸ਼ਰ ਦੇ ਨਾਮ ਵਿੱਚ ਜਿੰਨੀਆਂ ਵੀ ਜਾਨਾਂ ਬਚ ਸਕਣ ਉਨੀਆਂ ਬਚ ਸਕਣ, ਠੀਕ ਹੈ ਜੀ। ਪਰਮੇਸ਼ਰ ਸਾਡੇ ਹਰੇਕ ਮਨੋਰਥ ਨੂੰ ਪੂਰਾ ਕਰੇ। ਧੰਨਵਾਦ। ਔਰ ਤੁਹਾਨੂੰ ਬਲੈਸ ਕਰੇ ਔਰ ਤੁਹਾਡੇ ਹਰੇਕ ਇੱਛਾਵਾਂ ਜੋ ਹਨ ਉਹਨਾਂ ਨੂੰ ਪੂਰਾ ਕਰੇ। ਆਮੀਨ। ਜੈ ਮਸੀਹ ਕੀ ਫਤਿਹ।